ਅਸੀਂ ਸੋਚਦੇ ਹਾਂ ਕਿ ਬ੍ਰਸ਼ ਕਰਨਾ ਹੈ ਦੰਦਾਂ ਨੂੰ ਚਿੱਟੇ ਕਰਨ ਵਾਸਤੇ, ਲੇਕਿਨ ਦੰਦ ਚਿੱਟੇ ਹੋਣੇ ਹੀ ਨਹੀਂ। ਦੰਦ ਸਗੋਂ ਜਿੰਨਾ ਤੁਸੀਂ ਬ੍ਰਸ਼ ਕਰੋਗੇ ਉਹਨੇ ਪੀਲੇ ਹੋ ਜਾਣਗੇ, ਠੀਕ ਹੈ, ਕਿਉਂਕਿ ਜਿੰਨਾ ਅਸੀਂ ਉਹਨੂੰ ਘਸਾਵਾਂਗੇ ਰਗੜਾਂਗੇ ਉਨੀ ਜਿਹੜੀ ਟੌਪ ਲੇਅਰ ਹੈ ਉਹਦੀ ਜਿਹੜੀ ਬਾਹਰਲੀ ਸਤ੍ਹਾ ਹੈ ਉਹ ਘਸਦੀ ਜਾਏਗੀ ਔਰ ਥੱਲਿਓਂ ਦੰਦ ਜਿਹੜਾ ਹੈ ਉਹ ਬਾਹਰ ਨਿਕਲੇਗਾ। ਜਿਹੜੀ ਆਮ ਜਿਹੜੀ ਗਲਤ ਫਹਿਮੀ ਹੈ ਲੋਕਾਂ ਦੇ ਵਿੱਚ ਕਿ ਬ੍ਰਸ਼ ਕਰਨ ਨਾਲ ਅਸੀਂ ਦੰਦ ਚਿੱਟੇ ਕਰ ਲਾਂਗੇ ਜਾਂ ਫਲਾਣੀ ਪੇਸਟ ਵਰਤ ਲਾਂਗੇ ਤੇ ਦੰਦ ਚਿੱਟੇ ਹੋ ਜਾਣਗੇ, ਕੁਝ ਵੀ ਇਹੋ ਜਿਹਾ ਨਹੀਂ। ਪੇਸਟ ਇੱਕ ਤਰ੍ਹਾਂ ਦਾ ਸਾਬਣ ਹੈ, ਜਿਹੜੀ ਮਰਜ਼ੀ ਵਰਤ ਲਓ, ਲੇਕਿਨ ਬ੍ਰਸ਼ ਜਿਹੜਾ ਹੈ ਜੈਂਟਲੀ ਕਰੋ, ਤਰੀਕੇ ਦੇ ਨਾਲ ਕਰੋ ਤੇ ਦੰਦਾਂ ਦੀ ਤੁਹਾਨੂੰ ਤਕਲੀਫ ਕਦੀ ਵੀ ਨਹੀਂ ਆਏਗੀ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ V24 ਤੇ ਮੈਂ ਹਾਂ ਸ਼ਗੁਨ। ਸੋ ਅੱਜ ਇੱਕ ਅਲੱਗ ਹੀ ਸ਼ੋਅ ਲੈ ਕੇ ਇੱਕ ਅਲੱਗ ਹੀ ਗੱਲਬਾਤ ਲੈ ਕੇ ਤੁਹਾਡੇ ਰੂਬਰੂ ਹੋਏ ਆ। ਸੋ ਪਹਿਲਾਂ ਮੈਂ ਤੁਹਾਨੂੰ ਦੱਸਣਾ ਚਾਹੂੰਗੀ ਅੱਜ ਜਿਹੜੀ ਸ਼ਖਸੀਅਤ ਮੇਰੇ ਨਾਲ ਮੌਜੂਦ ਹੈ ਆਲਰੇਡੀ ਜਲੰਧਰ 'ਚ ਉਹਨਾਂ ਨੂੰ ਬਹੁਤ ਸਾਰੇ ਲੋਕ ਜਾਣਦੇ ਨੇ। ਸੋ ਮੈਂ ਸਭ ਤੋਂ ਪਹਿਲਾਂ ਸਰ ਦਾ ਸਵਾਗਤ ਕਰਦੀ ਹਾਂ। ਬਹੁਤ ਬਹੁਤ ਸਵਾਗਤ ਹੈ ਸਰ। ਥੈਂਕ ਯੂ ਸ਼ਗੁਨ ਜੀ। ਮੈਂ V24 ਚੈਨਲ ਦਾ ਬਹੁਤ ਬਹੁਤ ਧੰਨਵਾਦੀ ਹਾਂ ਜਿਹੜਾ ਉਹਨਾਂ ਨੇ ਆਪਣਾ ਸਮਾਂ ਕੱਢਿਆ ਔਰ ਮੇਰੇ ਨਾਲ ਆ ਕੇ ਗੱਲਬਾਤ ਕੀਤੀ ਹੈ। ਸਭ ਤੋਂ ਪਹਿਲਾਂ ਮੈਂ ਦੱਸਣਾ ਚਾਹੂੰਗੀ ਕਿ ਮੇਰੇ ਨਾਲ ਅੱਜ ਜੋ ਮੌਜੂਦ ਨੇ ਉਹਨਾਂ ਦਾ ਨਾਮ ਹੈ ਡਾਕਟਰ ਗੁਰਕਿਰਪਾਲ ਸਿੰਘ। ਸੋ ਸਰ ਦੀ ਜਿਹੜੀ ਜਰਨੀ ਹੈ, ਸਰ ਬੇਸਿਕਲੀ ਜੋ ਹੈ ਬਾਈ ਪ੍ਰੋਫੈਸ਼ਨ ਡੈਂਟਿਸਟ ਨੇ। ਸੋ ਸਰ ਦੀ ਜਰਨੀ ਸਟਾਰਟ ਕਰਦੇ ਆ। ਸੋ ਪਹਿਲਾ ਸਵਾਲ ਜਿਹੜਾ ਮੈਂ ਸਰ ਨੂੰ ਪੁੱਛਣਾ ਚਾਹੂੰਗੀ ਕਿ ਸਰ ਜਿਹੜੀ ਤੁਹਾਡੀ ਡੈਂਟਿਸਟ ਦੀ ਜਰਨੀ ਹੈ ਉਹ ਕਿਵੇਂ ਸਟਾਰਟ ਹੋਈ ਸੀਗੀ? ਦੇਖੋ ਜੀ, ਕੋਈ ਵੀ ਕਦੀ ਵੀ ਅਸੀਂ ਇਦਾਂ ਧਿਆਨ 'ਚ ਰੱਖ ਕੇ ਕੋਈ ਚੀਜ਼ ਨਹੀਂ ਸ਼ੁਰੂ ਕਰਦੇ। ਬਾਕੀ ਕੋਈ ਐਸਾ ਨਹੀਂ ਸੀ ਕਿ ਮੈਂ ਡੈਂਟਿਸਟ ਹੀ ਬਣਨਾ ਹੈ। ਬਸ ਬਚਪਨ ਦੇ ਵਿੱਚ ਥੋੜਾ ਜਿਹਾ ਇਦਾਂ ਸੀਗਾ ਕਿ ਚੀਜ਼ਾਂ ਨੂੰ ਖਰਾਬ ਕਰਨ ਦਾ ਸ਼ੌਂਕ ਸੀਗਾ, ਚੀਰ ਫਾੜ ਕਰਨ ਦਾ ਸ਼ੌਂਕ ਸੀ। ਚੀਜ਼ਾਂ ਜਿਹੜੀਆਂ ਆਉਂਦੀਆਂ ਸੀ ਖੋਲ ਦੇਈਦੀਆਂ ਸੀਗੀਆਂ। ਲੇਕਿਨ ਹੁਣ ਇੱਕ ਵਾਰੀ ਕੀ ਹੋਇਆ, ਬਚਪਨ ਦਾ ਕਿੱਸਾ ਮੇਰਾ ਇਦਾਂ ਸੀਗਾ ਕਿ ਮੇਰੀ ਆਪਣੀ ਦਾੜ ਇੱਕ ਵਾਰੀ ਦੁਖ ਗਈ ਤੇ ਉਹ ਇੰਨੀ ਕੁ ਦਰਦ ਹੋਈ, ਇੰਨਾ ਉਹਦੇ ਵਿੱਚ ਦਿੱਕਤ ਆਈ ਕਿ ਮੇਰੇ ਕੰਨਾਂ ਨੂੰ ਹੱਥ ਲੱਗ ਗਏ। ਮੈਂ ਕਿਹਾ ਇਹ ਤਾਂ ਬਹੁਤ ਦਿੱਕਤ ਵਾਲੀ ਚੀਜ਼ ਹੈ। ਫਿਰ ਜਦੋਂ ਮੈਂ ਡੈਂਟਿਸਟ ਦੇ ਕੋਲ ਆਪ ਗਿਆ ਮੈਨੂੰ ਪਤਾ ਲੱਗਿਆ ਵੀ ਅੱਛਾ ਵੀ ਇੰਨੀ ਦਰਦ ਤੋਂ ਛੁਟਕਾਰਾ ਮਿਲ ਸਕਦਾ ਹੈਗਾ। ਫਿਰ ਮੈਨੂੰ ਆਪ ਨੂੰ ਵੀ ਹੈ ਕਿ ਚਲੋ ਮੈਂ ਇਸ ਪ੍ਰੋਫੈਸ਼ਨ ਵੱਲ ਹੀ ਜਾਣਾ ਹੈ। ਤੇ ਕੁਝ ਮੇਰੇ ਘਰ ਦੇ ਵਿੱਚ ਵੀ ਸਾਰੇ ਡੈਂਟਿਸਟ ਹੈਗੇ ਆ, ਇਸ ਕਰਕੇ ਵੀ ਮੈਨੂੰ ਸ਼ੁਰੂਆਤ ਤੋਂ ਹੀ ਇੱਕ ਜਿਹਨੂੰ ਕਹਿੰਦੇ ਪੂਰਨੇ ਪਏ ਹੋਏ ਸੀ ਮੇਰੇ ਵਾਸਤੇ ਕਿ ਇਸ ਪ੍ਰੋਫੈਸ਼ਨ ਵੱਲ ਨੂੰ ਅਸੀਂ ਜਾ ਸਕਦੇ ਹਾਂ। ਸੋ ਕਿਤੇ ਨਾ ਕਿਤੇ ਇਹ ਚੀਜ਼ ਕਹਿ ਸਕਦੇ ਹਾਂ ਵੀ ਪੈਰੈਂਟਸ ਨੂੰ ਦੇਖਦੇ ਹੋਏ ਜਾਂ ਫੈਮਿਲੀ ਵਿੱਚ ਆਲਰੇਡੀ ਡੈਂਟਿਸਟ ਸੀਗੇ, ਸੋ ਉਹਨਾਂ ਨੂੰ ਦੇਖਦੇ ਹੋਏ ਤੁਸੀਂ ਇਹ ਪ੍ਰੋਫੈਸ਼ਨ ਚੂਜ਼ ਕੀਤਾ? ਬਿਲਕੁਲ ਡੈਫੀਨੇਟਲੀ ਇੱਕ ਰੋਲ ਮਾਡਲਸ ਹੁੰਦੇ ਹੈਗੇ ਆ ਘਰ ਦੇ ਵਿੱਚੋਂ। ਜਦੋਂ ਰੋਲ ਮਾਡਲਸ ਤੁਹਾਨੂੰ ਮਿਲ ਜਾਣ ਤੇ ਬਾਹਰ ਤੁਹਾਨੂੰ ਜਾਣ ਦੀ ਲੋੜ ਨਹੀਂ ਪੈਂਦੀ ਫਿਰ। ਸੋ ਇਸ ਕਰਕੇ ਉਹ ਇੱਕ ਤਰ੍ਹਾਂ ਨਾਲ ਈਜ਼ੀ ਵੀ ਹੋ ਜਾਂਦਾ ਹੈ। ਬਾਕੀ ਡੈਫੀਨੇਟਲੀ ਕਿਉਂਕਿ ਡੈਂਟਲ ਪ੍ਰੋਫੈਸ਼ਨ ਜਿਹੜਾ ਇੱਕ ਬਹੁਤ ਹੀ ਟੈਕਨੀਕਲ ਫੀਲਡ ਹੈਗੀ ਹੈ ਜਿਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਆ ਜਾਂਦੀਆਂ ਨੇ। ਉਹ 'ਚ ਇੰਜੀਨੀਅਰਿੰਗ ਵੀ ਹੈ, ਉਹਦੇ ਵਿੱਚ ਆਰਟਿਸਟਰੀ ਵੀ ਹੈ, ਸਾਰਾ ਕੁਛ ਦਾ ਸਮਾਂ ਵੀ ਇੱਕ ਤਰ੍ਹਾਂ ਨਾਲ ਸਭ ਕੁਝ ਰਲਿਆ ਮਿਲਿਆ ਜਿਹਾ ਹੈ। ਸੋ ਇਟਸ ਵੈਰੀ ਚੈਲੰਜਿੰਗ ਬ੍ਰਾਂਚ। ਜੇ ਅਸੀਂ ਉਹਨੂੰ ਸਹੀ ਤਰੀਕੇ ਨਾਲ ਕਰਨਾ ਚਾਹੁੰਦੇ ਹਾਂ ਤਾਂ ਸਾਨੂੰ ਬਹੁਤ ਟ੍ਰੇਨਿੰਗ ਦੀ ਲੋੜ ਪੈਂਦੀ ਹੈ ਔਰ ਬਹੁਤ ਐਡਵਾਂਸਡ ਹੋ ਗਿਆ ਅੱਜ ਕੱਲ੍ਹ ਜੋ ਦੰਦਾਂ ਦਾ ਇਲਾਜ ਹੈ। ਸਰ ਇਸ ਦੇ ਨਾਲ ਹੀ ਜਿਹੜੀਆਂ ਮੇਨ ਪ੍ਰੋਬਲਮਸ ਅੱਜ ਕੱਲ੍ਹ ਮੈਨੂੰ ਲੱਗਦਾ ਕਿ ਪਹਿਲਾਂ ਤਾਂ ਬੱਚਿਆਂ ਦੇ ਵਿੱਚ ਦੇਖਿਆ ਜਾਂਦਾ ਸੀਗਾ ਵੀ ਦੰਦਾਂ ਦੇ ਦਰਦ ਹੈ ਜਾਂ ਕੋਈ ਕੀੜਾ ਲੱਗ ਗਿਆ ਹੈ ਜਾਂ ਕੁਝ ਵੀ ਹੈ। ਔਰ ਅੱਜ ਕੱਲ੍ਹ ਕੋਈ ਵੀ ਜਨਰੇਸ਼ਨ ਲੈ ਲਈਏ, ਹਰ ਕਿਸੇ ਨੂੰ ਜਿਹੜੀਆਂ ਦੰਦਾਂ ਦੀਆਂ ਬਿਮਾਰੀਆਂ ਨੇ ਉਹਨਾਂ ਦਾ ਸਾਹਮਣਾ ਕਰਨਾ ਪੈ ਰਿਹਾ। ਸੋ ਮੇਨ ਰੀਜ਼ਨ ਕੀ ਹੈ ਇਹਨਾਂ ਪਿੱਛੇ? ਦੇਖੀਏ ਜੀ, ਮੇਨ ਰੀਜ਼ਨ ਜਦੋਂ ਵੀ ਦੰਦ ਖਰਾਬ ਹੁੰਦਾ ਹੈ ਸਾਡੀ ਆਪਣੀ, ਮੈਂ ਕਹਾਂਗਾ ਅਣਗਹਿਲੀ ਕਰਕੇ ਹੀ ਦੰਦਾਂ ਦੇ ਵਿੱਚ ਬਿਮਾਰੀ ਜਿਹੜੀ ਹੈ ਉਹ ਲੱਗਦੀ ਹੈ। ਜੇ ਅਸੀਂ ਪ੍ਰੋਪਰ ਹਾਈਜੀਨ, ਪ੍ਰੋਪਰ ਸਫਾਈ ਮੇਨਟੇਨ ਕਰਕੇ ਰੱਖੀਏ ਤੇ ਮੈਨੂੰ ਨਹੀਂ ਲੱਗਦਾ ਜੋ ਕੁਦਰਤ ਨੇ ਸਾਨੂੰ ਇੰਨੇ ਬੇਸ਼ਕੀਮਤੀ ਦੰਦ ਬਖਸ਼ੇ ਹੈ ਉਹ ਸਾਰੀ ਉਮਰ ਸਾਡੇ ਨਾਲ ਨਿਭਣ ਵਾਸਤੇ ਬਖਸ਼ੇ ਹੈ। ਉਹਨਾਂ ਦੇ ਵਿੱਚ ਕੋਈ ਦਿੱਕਤ ਆਣੀ ਨਹੀਂ ਚਾਹੀਦੀ ਹੈਗੀ। ਉਹ ਜੇ ਅਸੀਂ ਪ੍ਰੋਪਰ ਸਮੇਂ ਸਿਰ ਉਹਨਾਂ ਦੀ ਸਫਾਈ ਨਹੀਂ ਕਰਦੇ, ਉਹਨੂੰ ਪ੍ਰੋਪਰ ਬ੍ਰਸ਼ ਨਹੀਂ ਕਰਦੇ, ਸਵੇਰੇ ਸ਼ਾਮ ਨਹੀਂ ਉਹਨਾਂ ਦੀ ਦੇਖਭਾਲ ਕਰਦੇ, ਤੇ ਕੋਈ ਵੀ ਚੀਜ਼ ਹੈ ਜਿਹਦੀ ਅਸੀਂ ਦੇਖਭਾਲ ਨਹੀਂ ਕਰਾਂਗੇ ਉਹਨੇ ਖਰਾਬ ਹੋਣਾ ਹੀ ਹੋਣਾ। ਸੋ ਦੰਦ ਵੀ ਕੋਈ ਵੱਖਰੇ ਨਹੀਂ ਹੈਗੇ, ਸਰੀਰ ਦਾ ਇੱਕ ਬਹੁਤ ਹੀ ਮਹੱਤਵਪੂਰਨ ਅੰਗ ਨੇ। ਜੇ ਸਫਾਈ ਨਹੀਂ ਹੁੰਦੀ, ਅਸੀਂ ਚਿਪਕਣ ਵਾਲੀਆਂ ਚੀਜ਼ਾਂ ਜਿਵੇਂ ਜਿਹੜੇ ਹਾਈ ਸ਼ੂਗਰ ਕੰਟੈਂਟ ਵਾਲੀਆਂ ਚੀਜ਼ਾਂ ਨੇ, ਰਿਫਾਈਨਡ ਸ਼ੂਗਰ ਵਾਲੀਆਂ ਚੀਜ਼ਾਂ ਨੇ ਜਿਵੇਂ ਕਿ ਬ੍ਰੈਡਸ ਹੋ ਗਈਆਂ, ਪਿੱਜ਼ਾ ਹੋ ਗਏ ਜਾਂ ਚਾਕਲੇਟਸ ਹੈ, ਕੁਝ ਵੀ ਇੱਦਾਂ ਦੀ ਚੀਜ਼ ਜਿਹੜੀ ਚਿਪਕ ਜਾਂਦੀ ਹੈ ਦੰਦਾਂ ਦੇ ਉੱਤੇ, ਜਦੋਂ ਉਹਨਾਂ ਦਾ ਅਸੀਂ ਜ਼ਿਆਦਾ ਸੇਵਨ ਕਰਦੇ ਹੈਗੇ ਹਾਂ ਔਰ ਸੇਵਨ ਕਰਨ ਤੋਂ ਬਾਅਦ 'ਚੋਂ ਉਹਨਾਂ ਨੂੰ ਖਾਣ ਤੋਂ ਬਾਅਦ 'ਚੋਂ ਅਸੀਂ ਸਫਾਈ ਨਹੀਂ ਕਰਦੇ ਤੇ ਜਿਹੜੇ ਦੰਦ ਹੈ ਉਹ ਖਰਾਬ ਹੋਣੇ ਹੀ ਹੋਣੇ ਨੇ। ਚਾਹੇ ਜਿੰਨੇ ਮਰਜ਼ੀ ਤੁਹਾਡੀ ਇਮਿਊਨਿਟੀ ਸਟਰੋਂਗ ਹੋਵੇ, ਉਹ ਜਦੋਂ ਬੈਕਟੀਰੀਆ ਹੈ ਉਹਨੇ ਉਹਨੂੰ ਖਰਾਬ ਕਰਨਾ ਹੀ ਕਰਨਾ ਹੈ। ਸਰ ਜਿਹੜਾ ਮੇਨ ਰੀਜ਼ਨ ਹੈ ਕਿ ਕੀੜਾ ਸਿਰਫ ਇਹ ਚੀਜ਼ਾਂ ਨਾਲ ਲੱਗਦਾ ਹੈ, ਮਿੱਠਾ ਜ਼ਿਆਦਾ ਕੰਟੇਨ ਕਰਨ ਦੇ ਨਾਲ, ਜਿਹੜੀਆਂ ਸਟਿੱਕੀ ਚੀਜ਼ਾਂ ਹੁੰਦੀਆਂ ਨੇ ਬੇਸਿਕਲੀ ਉਹਦੇ ਨਾਲ ਲੱਗਦਾ ਹੈ। ਔਰ ਜਿਹੜਾ ਅੱਜ ਕੱਲ੍ਹ ਲੋਕਾਂ ਦੇ ਵਿੱਚ ਇਹ ਵੀ ਬਹੁਤ ਜ਼ਿਆਦਾ ਹੋ ਗਿਆ ਵੀ ਜਿਹੜੀ ਦੰਦਾਂ ਦੀ ਸਫਾਈ ਹੈ ਉਹਦੇ ਨਾਲ ਵੀ ਉਹ ਕਹਿੰਦੇ ਨੇ ਵੀ ਜਿਹੜੀ ਦੰਦਾਂ ਦੀ ਸਫਾਈ ਕਰਾਉਣ ਦੇ ਨਾਲ ਦੰਦ ਬਾਅਦ ਦੇ ਵਿੱਚ ਦਰਦ ਕਰਦੇ ਨੇ, ਠੀਕ ਨਹੀਂ ਰਹਿੰਦੇ। ਸੋ ਉਹਦੇ ਬਾਰੇ ਕੀ ਕਹਿਣਾ?
ਦੇਖੋ ਜੀ ਇਦਾਂ ਹੈ ਕਿ ਕੱਲਾ ਇਹੀ ਨਹੀਂ ਕਿ ਅਸੀਂ ਇਹੀ ਕਹਿ ਦਈਏ ਵੀ ਸਿਰਫ ਚਿਪਕਣ ਵਾਲੀਆਂ ਚੀਜ਼ਾਂ ਹੀ। ਮੈਟਰ ਆਫ ਦੀ ਫੈਕਟ ਕੋਈ ਵੀ ਚੀਜ਼ ਹੈ ਜਿਹੜੀ 4 ਘੰਟਿਆਂ ਤੋਂ ਜ਼ਿਆਦਾ ਤੁਹਾਡੇ ਦੰਦਾਂ ਦੇ ਵਿੱਚ ਫਸੀ ਰਹਿ ਗਈ ਹੈ, ਉਹਦੇ ਨਾਲ ਤੁਹਾਡਾ ਦੰਦ ਜਿਹੜਾ ਹੈ ਸੜਨਾ ਹੀ ਸੜਨਾ ਹੈ। ਕਿਉਂਕਿ ਬੈਕਟੀਰੀਆ ਜਿਹੜਾ ਹੈ ਮੂੰਹ ਇੱਕ ਤਰ੍ਹਾਂ ਦਾ ਇਨਕਿਊਬੇਟਰ ਹੈ। ਇਨਕਿਊਬੇਟਰ ਅਸੀਂ ਸਮਝਦੇ ਹਾਂ ਵੀ ਜਿਸ ਚੀਜ਼ ਦੇ ਵਿੱਚ ਬਾਹਰੋਂ ਹਵਾ ਪਾਣੀ ਨਹੀਂ ਲੱਗਦੀ, ਖਾਸ ਕਰਕੇ ਰਾਤ ਨੂੰ ਜਿਸ ਵੇਲੇ ਸਾਡਾ ਮੂੰਹ ਬੰਦ ਹੋ ਜਾਂਦਾ, ਅਸੀਂ ਸੌ ਜਾਂਦੇ ਹਾਂ 7-8 ਘੰਟਿਆਂ ਵਾਸਤੇ ਮੂੰਹ ਬੰਦ ਹੈ, ਉਹ ਇੱਕ ਤਰ੍ਹਾਂ ਦੀ ਫੈਕਟਰੀ ਬਣ ਜਾਂਦੀ ਹੈ ਬੈਕਟੀਰੀਆ ਵਾਸਤੇ, ਜਿੱਥੇ ਉਹਨੂੰ ਡੂ ਨਾਟ ਡਿਸਟਰਬ ਅਸੀਂ ਬੋਰਡ ਲਾ ਦਿੰਦੇ ਹਾਂ, ਸੁੱਤੇ ਹੋਏ ਆ ਅਸੀਂ, ਕੁਝ ਡਿਸਟਰਬੈਂਸ ਨਹੀਂ ਉਹਨੂੰ ਦੇਣੀ, ਔਰ ਉਹ ਸਾਰੀ ਰਾਤ ਆਪਣਾ ਐਕਸ਼ਨ ਕਰਦਾ ਹੈ। ਸੋ ਰਾਤ ਦੇ ਟਾਈਮ ਜੇ ਕੋਈ ਚੀਜ਼ ਖਾਣਾ ਤੁਹਾਡੇ ਮੂੰਹ 'ਚ ਰਹਿ ਗਿਆ ਤੇ ਬੈਕਟੀਰੀਆ ਨੂੰ ਇੰਨੇ ਘੰਟੇ ਮਿਲ ਜਾਂਦੇ ਆ ਉਹਨੂੰ ਪ੍ਰੋਸੈਸ ਕਰਨ ਦੇ ਕਿ ਉਹ ਪ੍ਰੋਸੈਸਿੰਗ ਦੇ ਵਿੱਚ ਉਹਦਾ ਤੇਜ਼ਾਬ ਬਣਾ ਦਿੰਦਾ ਹੈ। ਉਹ ਤੇਜ਼ਾਬ ਅਲਟੀਮੇਟਲੀ ਸਾਡਾ ਜਿਹੜਾ ਹੈ ਦੰਦ ਖੋਰ ਦਿੰਦਾ ਹੈ। ਆਮ ਪਿੰਡਾਂ ਦੇ ਵਿੱਚ ਲੋਕਾਂ ਨੂੰ ਇਹ ਲੱਗਦਾ ਹੈ ਕਿ ਕੋਈ ਸ਼ਾਇਦ ਦਿਖਣ ਵਾਲਾ ਕੋਈ ਕੀੜਾ ਹੈ ਜਿਹੜਾ ਦੰਦ ਨੂੰ ਖਾ ਗਿਆ, ਕੋਈ ਜਿਵੇਂ ਲੱਕੜ ਨੂੰ ਘੁਣ ਲੱਗ ਜਾਂਦਾ ਹੈ ਉੱਦਾਂ ਸ਼ਾਇਦ ਦੰਦ ਨੂੰ ਵੀ ਕੋਈ ਕੀੜੇ ਪੈ ਜਾਂਦੇ ਨੇ। ਇਹੋ ਜਿਹਾ ਕੋਈ ਭਰਮ ਕਰਨ ਦੀ ਲੋੜ ਨਹੀਂ। ਉਹ ਦਿਖਣ ਵਾਲੇ ਕੀੜੇ ਨਹੀਂ ਹੁੰਦੇ, ਸੂਖਸ਼ਮ ਜੀਵ ਨੇ ਜਿਹੜੇ ਹਰ ਕਿਸੇ ਦੇ ਮੂੰਹ 'ਚ ਮੌਜੂਦ ਨੇ, ਮੇਰੇ ਵਿੱਚ ਨੇ, ਤੁਹਾਡੇ ਮੂੰਹ 'ਚ ਵੀ ਨੇ। ਉਹ ਹਰ ਪ੍ਰਾਣੀ, ਹਰ ਜੀਵ ਦੇ ਮੂੰਹ ਦੇ ਵਿੱਚ ਮੌਜੂਦ ਹੁੰਦੇ ਨੇ। ਔਰ ਜਦੋਂ ਉਹਨਾਂ ਦੀ ਤਾਦਾਦ ਇੱਕ ਜ਼ਰੂਰਤ ਤੋਂ ਜ਼ਿਆਦਾ ਵੱਧ ਜਾਂਦੀ ਹੈ, ਜਦੋਂ ਉਹਨਾਂ ਨੂੰ ਬਹੁਤ ਜ਼ਿਆਦਾ ਖਾਣਾ ਜਿਹੜਾ ਹੈ ਫਸਿਆ ਹੋਇਆ ਦੰਦਾਂ ਦੇ ਵਿੱਚ ਮਿਲ ਜਾਂਦਾ ਹੈ, ਉਹ ਆਪਣੀ ਪੋਪੂਲੇਸ਼ਨ ਬਹੁਤ ਵਧਾ ਲੈਂਦੇ ਨੇ। ਉਸੇ ਕਰਕੇ ਉਹਨਾਂ ਤੇਜ਼ਾਬ ਜ਼ਿਆਦਾ ਬਣਦਾ ਮੂੰਹ 'ਚ ਤੇ ਦੰਦਾਂ ਨੂੰ ਜਿਹੜਾ ਉਹ ਤੇਜ਼ਾਬ ਜਿਹੜਾ ਖੋਰ ਦਿੰਦਾ ਹੈ, ਜਿੱਥੋਂ ਖੋੜ ਜਿਹੜੀ ਹੈ ਉਹ ਪੈਣੀ ਸ਼ੁਰੂ ਹੁੰਦੀ ਹੈ। ਹੌਲੀ ਹੌਲੀ ਉਹਦਾ ਰੰਗ ਬਦਲਦਾ ਹੈ, ਪਹਿਲਾਂ ਕਾਲਾ ਭੂਰਾ ਕਾਲਾ ਹੋ ਜਾਂਦਾ ਹੈ, ਇੱਦਾਂ ਉਹ ਡੂੰਘੀ ਹੁੰਦੀ ਜਾਂਦੀ ਹੈ। ਸੋ ਇੱਕ ਸਮਾਂ ਆਉਂਦਾ ਹੈ ਕਿ ਉਹ 'ਚ ਦਰਦ ਸ਼ੁਰੂ ਹੋ ਜਾਂਦੀ, ਸੋਜ ਪੈ ਜਾਂਦੀ, ਰੇਸ਼ਾ ਪੈ ਜਾਂਦਾ, ਔਰ ਉਹ ਕਾਫੀ ਅੱਗੇ ਤੱਕ ਵੀ ਵੱਧ ਜਾਂਦਾ ਜੇ ਅਣਗਹਿਲੀ ਹੋਵੇ ਤੇ। ਕਿਉਂਕਿ ਆਮ ਪਿੰਡਾਂ ਦੇ ਵਿੱਚ ਲੋਕਾਂ ਨੂੰ ਇਸ ਚੀਜ਼ ਦਾ ਬੜਾ ਭਰਮ ਹੈ ਕਿ ਦਾੜ ਕਢਾਉਣ ਦੇ ਨਾਲ ਸ਼ਾਇਦ ਅੱਖਾਂ ਦੀ ਰੌਸ਼ਨੀ ਚਲੇ ਜਾਏਗੀ, ਜਾਂ ਅੱਖਾਂ ਦੀ ਰੌਸ਼ਨੀ ਕਮਜ਼ੋਰ ਹੋ ਜਾਏਗੀ, ਜਾਂ ਸਾਡੇ ਹੋਰ ਕੋਈ ਦਿੱਕਤ ਆ ਜਾਏਗੀ, ਪਰੇਸ਼ਾਨੀ ਆ ਜਾਏਗੀ। ਉਹਦੇ ਕਰਕੇ ਅਣਗਹਿਲੀ ਕਰਦੇ ਰਹਿੰਦੇ ਆ, ਦਰਦ ਜਿਹੜੀ ਹੈ ਉਹ ਸਹਿੰਦੇ ਰਹਿੰਦੇ ਆ, ਉਹਦਾ ਇਲਾਜ ਨਹੀਂ ਕਰਦੇ। ਜਦੋਂ ਬਿਤੋਂ ਹੀ ਬਾਹਲੀ ਹੋ ਜਾਂਦੀ ਹੈ, ਬਹੁਤ ਅੱਗੇ ਚਲਾ ਜਾਂਦਾ ਹੈ ਕੰਮ, ਉਦੋਂ ਹੀ ਉਹ ਡਾਕਟਰ ਦੇ ਕੋਲ ਜਾਂਦੇ ਨੇ। ਜਦ ਕਿ ਅੱਜ ਜੋ ਸਾਡੇ ਕੋਲ ਇਲਾਜ ਹੈਗੇ ਨੇ, ਜਿਵੇਂ ਕਿ ਰੂਟ ਕਨਾਲ ਟ੍ਰੀਟਮੈਂਟ ਹੈ, ਨਸਾਂ ਦਾ ਇਲਾਜ ਹੈ, ਅਸੀਂ ਭੈੜੀ ਤੋਂ ਭੈੜੀ ਹਾਲਤ ਦੇ ਵਿੱਚ ਵੀ ਜੇ ਕੋਈ ਦਾੜ ਹੋਵੇ ਅਸੀਂ ਉਹਨੂੰ ਸੇਵ ਕਰ ਸਕਦੇ ਹਾਂ। ਪਰ ਦਾੜ ਦਾ ਉੱਪਰਲਾ ਸਿਰਾ ਜ਼ਰੂਰ ਹੋਣਾ ਚਾਹੀਦਾ ਹੈ, ਇਹ ਨਹੀਂ ਕਿ ਉਹ ਜਾੜੀ ਰਹਿ ਗਈ ਹੈ ਫਿਰ ਤਾਂ ਉਹਦਾ ਕੋਈ ਫਾਇਦਾ ਹੀ ਨਹੀਂ। ਲੇਕਿਨ ਅਕਸਰ ਅਸੀਂ ਜਿਹੜੀਆਂ 99% ਦਾੜਾਂ ਜਿਹੜੀਆਂ ਨੇ ਉਹ ਬਚਾ ਸਕਦੇ ਹੈਗੇ ਆ, ਜਿਹਨੂੰ ਅਗਲੇ 15-20 ਸਾਲ ਵਾਸਤੇ ਫੰਕਸ਼ਨ ਦੇ ਵਿੱਚ ਲਿਆਂਦਾ ਜਾ ਸਕਦਾ ਹੈਗਾ। ਪਰ ਉਹ ਤਾਂ ਹੈ ਜੇ ਮਰੀਜ਼ ਆਪ ਜਾਗਰੂਕ ਹੋਵੇ, ਆਪ ਆਪਣਾ ਇਲਾਜ ਕਰਾਉਣ ਵੱਲ ਨੂੰ ਹੋਵੇ। ਪਰ ਸਰ ਬਹੁਤ ਸਾਰੇ ਡਾਕਟਰਸ ਕਿਤੇ ਨਾ ਕਿਤੇ ਸੁਜੈਸਟ ਕਰਦੇ ਨੇ ਵੀ ਜਿਹਨੂੰ ਅਕਲ ਦਾੜ ਕਿਹਾ ਜਾਂਦਾ ਹੈ ਵੀ ਉਹ ਇੱਕ ਏਜ, ਮੈਨੂੰ ਲੱਗਦਾ ਕਿ ਜਿਹੜੀ ਨਾਰਮਲ ਏਜ ਡਾਕਟਰਸ ਸੁਜੈਸਟ ਕਰਦੇ ਨੇ ਵੀ 18 ਸਾਲ ਤੋਂ ਬਾਅਦ ਉਹ ਨਿਕਲਵਾ ਦੇਣੀਆਂ ਚਾਹੀਦੀਆਂ, ਕਿ ਇਹ ਚੀਜ਼ ਰਿਐਲਿਟੀ ਹੈਗੀ ਹੈ? ਦੇਖੋ ਜੀ, ਇਹ ਪਾਰਸ਼ਲ ਸੱਚ ਹੈ। ਡੈਫੀਨੇਟਲੀ ਜਿਹੜੀ ਅਕਲ ਦਾੜ ਹੈ, ਜੇ ਉਹ ਆਪਣੀ ਸਹੀ ਜਗ੍ਹਾ ਤੇ ਨਹੀਂ ਆ ਰਹੀ, ਟੇਢੀ ਆ ਰਹੀ ਹੈ, ਉਹਨੂੰ ਮੂੰਹ 'ਚ ਜਗ੍ਹਾ ਨਹੀਂ ਮਿਲ ਰਹੀ, ਤੇ ਉਹਨੂੰ ਕਢਾ ਦੇਣਾ ਹੀ ਫਾਇਦੇਮੰਦ ਹੈ। ਲੇਕਿਨ ਜੇ ਉਹ ਆਪਣੀ ਜਗ੍ਹਾ ਤੇ ਆਈ ਹੋਈ ਹੈ, ਸਹੀ ਹੈ, ਉੱਗੀ ਹੈ, ਪੂਰੀ ਹੈ, ਤੇ ਫਿਰ ਉਹਨੂੰ ਕਢਾਉਣ ਦੀ ਕੋਈ ਨੌਬਤ ਨਹੀਂ ਆਉਂਦੀ ਹੈਗੀ। ਹਾਂ, ਡੈਫੀਨੇਟਲੀ ਜੇ ਉਹ ਟੇਢੀ ਹੈ ਔਰ ਸਾਨੂੰ ਪਿੱਛੇ ਸੋਜਸ਼ ਹੋ ਜਾਂਦੀ ਹੈ ਉਹਦੇ ਕਰਕੇ, ਔਰ ਦਰਦ ਰਹਿੰਦਾ ਹੈ, ਤੇ ਫਿਰ ਡੈਫੀਨੇਟਲੀ ਉਹਨੂੰ ਕਢਾ ਦੇਣਾ ਹੀ ਅਕਲਮੰਦੀ ਹੈ। ਨਹੀਂ ਤਾਂ ਉਹ ਰੇਸ਼ਾ ਬਣਾ ਸਕਦੀ ਹੈ ਉਸ ਜਗ੍ਹਾ ਤੇ, ਸਾਡੇ ਆਪਣੇ ਜਿਹੜੇ ਅਗਲੇ ਦੰਦ ਹੈ ਉਹਨਾਂ ਨੂੰ ਵੀ ਟੇਢਿਆਂ ਕਰ ਦਿੰਦੀ ਹੈ, ਕਿਉਂਕਿ ਉਹ ਪਿੱਛੋਂ ਧੱਕਾ ਲਾਉਂਦੀ ਹੈ। ਔਰ ਨਤੀਜਤਨ ਕੀ ਹੁੰਦਾ ਹੈ ਕਿ ਜਿਹੜੇ ਗਰੋਇੰਗ ਬੱਚੇ ਨੇ 18 ਸਾਲ ਤੋਂ ਬਾਅਦ ਹੀ ਇਹਨੇ ਆਉਣਾ ਹੁੰਦਾ ਹੈ, ਉਹ ਉਹਨਾਂ ਦੀਆਂ ਦੰਦ ਜਿਹੜੇ ਅਗਲੇ ਆ ਮੂਹਰਲੇ, ਉਹਨਾਂ 'ਚ ਥੋੜਾ ਬਹੁਤਾ ਟੇਢਾਪਨ ਆਉਣਾ ਸ਼ੁਰੂ ਹੋ ਜਾਂਦਾ ਇਹਨਾਂ ਕਰਕੇ। ਪਰ ਇੱਥੇ ਸਰ ਗੱਲ ਕਰੀਏ ਕਿ ਸੈਂਸਿਟੀਵਿਟੀ ਦੀ, ਮੋਸਟਲੀ ਅੱਜ ਕੱਲ ਨਹੀਂ ਮੈਂ ਕਹੂੰਗੀ ਇੱਥੇ ਕਿ ਸੈਂਸਿਟੀਵਿਟੀ ਦੀ ਪ੍ਰੋਬਲਮ ਬਹੁਤ ਜ਼ਿਆਦਾ ਦੇਖਣ ਨੂੰ ਮਿਲ ਰਹੀ ਹੈ। ਸੈਂਸਿਟੀਵਿਟੀ ਦੇ ਪਿੱਛੇ ਕੀ ਰੀਜ਼ਨ ਹੈ ਕਿ ਸਿਰਫ ਠੰਡੀ ਚੀਜ਼ ਖਾ ਕੇ ਉੱਤੋਂ ਗਰਮ ਨਹੀਂ ਖਾਣੀ, ਜਾਂ ਗਰਮ ਖਾ ਕੇ ਠੰਡੀ ਨਹੀਂ ਖਾਣੀ, ਸਿਰਫ ਇਹੀ ਰੀਜ਼ਨ ਹੈ? ਨਹੀਂ, ਇਹ ਇਦਾਂ ਨਹੀਂ ਹੁੰਦਾ। ਸੈਂਸਿਟੀਵਿਟੀ ਅਸੀਂ ਆਮ ਸਾਨੂੰ ਛੋਟੇ ਹੁੰਦੇ ਆ ਜਾਂ ਹੁਣ ਵੀ ਕਈ ਵਾਰੀ ਅਸੀਂ ਸਲਿੱਪ ਕਰ ਜਾਈਏ ਸੜਕ ਦੇ ਉੱਤੇ ਜਾਂ ਕਿਤੇ ਵੀ ਘਰ 'ਚ ਰਗੜ ਲੱਗ ਜਾਂਦੀ ਹੈ ਨਾ, ਤੇ ਉਹ ਕੀ ਹੁੰਦਾ ਹੈ, ਸਾਨੂੰ ਉਸ ਜਗ੍ਹਾ ਦੇ ਉੱਤੇ ਸੜਨ ਮਹਿਸੂਸ ਹੁੰਦੀ ਹੈ। ਕਿਉਂਕਿ ਸਕਿਨ ਹੈ, ਸਕਿਨ ਜਦੋਂ ਉੱਪਰਲੀ ਉਤਰੇਗੀ ਤੇ ਉੱਤੇ ਉਹਨੇ ਸੈਂਸਿਟਿਵ ਹੋਣਾ ਹੀ ਹੈ ਜਗ੍ਹਾ ਨੇ, ਤੁਸੀਂ ਟੱਚ ਕਰੋਗੇ ਤੇ ਉਹਨੇ ਸੈਂਸਿਟਿਵ ਹੋ ਜਾਣਾ। ਉਦਾਂ ਹੀ ਸਾਡੇ ਦੰਦ ਨੇ, ਸਾਨੂੰ ਬ੍ਰਸ਼ ਕਰਨ ਦੀ ਟੈਕਨੀਕ ਹੀ ਨਹੀਂ ਪਤਾ। ਅਸੀਂ ਸੋਚਦੇ ਹਾਂ ਕਿ ਬ੍ਰਸ਼ ਕਰਨਾ ਹੈ ਦੰਦਾਂ ਨੂੰ ਚਿੱਟੇ ਕਰਨ ਵਾਸਤੇ, ਲੇਕਿਨ ਦੰਦ ਚਿੱਟੇ ਹੋਣੇ ਹੀ ਨਹੀਂ। ਦੰਦ ਸਗੋਂ ਜਿੰਨਾ ਤੁਸੀਂ ਬ੍ਰਸ਼ ਕਰੋਗੇ ਉਹਨੇ ਪੀਲੇ ਹੋ ਜਾਣਗੇ, ਠੀਕ ਹੈ? ਕਿਉਂਕਿ ਜਿੰਨਾ ਅਸੀਂ ਉਹਨੂੰ ਘਸਾਵਾਂਗੇ, ਰਗੜਾਂਗੇ, ਉਨੀ ਜਿਹੜੀ ਟੌਪ ਲੇਅਰ ਹੈ ਉਹਦੀ, ਜਿਹੜੀ ਬਾਹਰਲੀ ਸਤ੍ਹਾ ਹੈ, ਉਹ ਘਸਦੀ ਜਾਏਗੀ ਔਰ ਥੱਲਿਓਂ ਦੰਦ ਜਿਹੜਾ ਹੈ ਉਹ ਬਾਹਰ ਨਿਕਲੇਗਾ। ਔਰ ਜਿੰਨਾ ਦੰਦ ਦਾ ਅੰਦਰਲਾ ਹਿੱਸਾ ਹੈ ਉਹ ਸੈਂਸਿਟਿਵ ਹੈ, ਉਹਦੇ ਵਿੱਚ ਨਸਾਂ ਦਾ ਪ੍ਰਵਾਹ ਹੈ, ਕਿਉਂਕਿ ਦੰਦ ਇੱਕ ਜਿੰਦੀ ਜਾਗਦੀ ਚੀਜ਼ ਹੈ, ਠੀਕ ਹੈ? ਸੋ ਜਿੰਨਾ ਅਸੀਂ ਉਹਨੂੰ ਘਸਾਉਂਦੇ ਹਾਂ ਉਹਨਾਂ ਉਹ ਸੈਂਸਿਟਿਵ ਹੋ ਜਾਂਦੇ ਨੇ। ਠੰਡੇ ਤੋਂ ਗਰਮ ਜਾਂ ਗਰਮ ਤੋਂ ਠੰਡਾ ਖਾਣ ਨਾਲ ਕੋਈ ਬਹੁਤੀ ਦਿੱਕਤ ਨਹੀਂ ਆਉਂਦੀ,
ਜਿੰਨੀ ਅਸੀਂ ਜੇ ਬ੍ਰਸ਼ ਗਲਤ ਤਰੀਕੇ ਨਾਲ ਕਰਦੇ ਆ, ਅਸੀਂ ਸਾਲੋ ਸਾਲ ਉਹਨੂੰ, ਕਿਉਂਕਿ ਸ਼ੁਰੂਆਤ ਦੇ ਵਿੱਚ ਸਾਡੇ ਦੰਦ ਸਾਫ਼ ਨੇ, ਬਿਲਕੁਲ ਨਵੇਂ ਨੇ, ਉਹਨਾਂ ਦੇ ਵਿੱਚ ਲੇਅਰ ਜਿਹੜੀ ਆ ਪੂਰੀ ਆ ਉਹਦੀ ਮੋਟਾਈ, ਲੇਕਿਨ ਕੁਝ ਸਾਲਾਂ 'ਚ 10-15 ਸਾਲਾਂ ਦੇ ਵਿੱਚ ਅਸੀਂ ਉਹਨੂੰ ਘਸਾ ਲੈਂਦੇ ਆ ਉੱਪਰੋਂ, ਉਹ ਇਸ ਪੁਆਇੰਟ ਤੇ ਆ ਜਾਂਦੀ, ਇਸ ਜਗ੍ਹਾ ਤੇ ਪਹੁੰਚ ਜਾਂਦੀ ਹੈ ਜਿੱਥੇ ਅੰਦਰਲੀ ਜਿਹੜੀ ਸਤ੍ਹਾ ਹੈ, ਜਿਹੜੀ ਸੈਂਸਿਟਿਵ ਹੈ, ਉਹ ਐਕਸਪੋਜ਼ ਹੋ ਜਾਂਦੀ ਹੈ, ਉਹ ਦਿਖਣ ਲੱਗ ਜਾਂਦੀ ਹੈ। ਉਹੀ ਸੈਂਸਿਟਿਵਿਟੀ ਦਾ ਮੂਲ ਕਾਰਨ ਹੈ। ਔਰ ਇੱਥੇ ਗੱਲ ਕਰੀਏ ਕਿ ਇਸ ਦੇ ਨਾਲ ਨਾਲ ਸੈਂਸਿਟਿਵਿਟੀ ਦੇ ਨਾਲ ਨਾਲ ਜਿਹੜਾ ਪੀਲਾਪਨ ਹੈ ਉਹਦੇ ਵੀ ਤੁਸੀਂ ਮੈਨੂੰ ਕਾਫੀ ਸਾਰੀਆਂ ਚੀਜ਼ਾਂ ਦੱਸ ਦਿੱਤੀਆਂ, ਔਰ ਜਿਹੜਾ ਮੂੰਹ 'ਚੋਂ ਸਮੈਲ ਆਣਾ ਉਹਦਾ ਕੀ ਰੀਜ਼ਨ ਹੋ ਸਕਦਾ ਹੈ, ਉਹਨੂੰ ਕਿਵੇਂ ਕਿਉਰ ਕੀਤਾ ਜਾ ਸਕਦਾ ਹੈ? ਦੇਖੋ ਜੀ, ਮੈਂ ਜਿੱਦਾਂ ਕਿ ਪਹਿਲਾਂ ਵੀ ਦੱਸਿਆ ਸੀਗਾ ਕਿ ਸਾਡੇ ਸਾਰਿਆਂ ਦੇ ਮੂੰਹ ਦੇ ਵਿੱਚ ਬੈਕਟੀਰੀਆ ਨੇ, ਜਿਹੜੇ ਸੂਖਸ਼ਮ ਜੀਵ ਨੇ, ਉਹ ਹਰ ਕਿਸੇ ਦੇ ਮੂੰਹ ਦੇ ਵਿੱਚ ਨੇ, ਠੀਕ ਹੈ ਜੀ, ਹਰ ਪ੍ਰਾਣੀ ਦੇ ਮੂੰਹ 'ਚ ਨੇ। ਸੋ ਜਦੋਂ ਉਹਨਾਂ ਦੀ ਤਾਦਾਦ ਵਧੇਗੀ ਉਦੋਂ ਹੀ ਸਮੈਲ ਜਿਹੜੀ ਹੈ ਤੁਹਾਡੇ ਮੂੰਹ 'ਚੋਂ ਆਏਗੀ, ਜਾਂ ਕਿਸੇ ਦੇ ਵੀ ਮੂੰਹ 'ਚੋਂ। ਜਦੋਂ ਸਮੈਲ ਆਉਣ ਦਾ ਕਾਰਨ ਹੀ ਇਹ ਵੇ ਕਿ ਉਹਦੀ ਜ਼ੁਬਾਨ ਜਿਹੜੀ ਹੈ ਉਹ ਸਾਫ਼ ਨਹੀਂ ਹੋ ਸਕਦੀ, ਉਹਦੇ ਦੰਦ ਜਿਹੜੇ ਹੈ ਉਹਨਾਂ 'ਚ ਗੰਦਗੀ ਹੋਏਗੀ, ਜਿਹਦੇ ਕਰਕੇ ਸਮੈਲ ਜਿਹੜੀ ਹੈ ਉਹ ਬਣਦੀ ਹੈ। ਦੇਖੋ, ਕੋਈ ਵੀ ਪ੍ਰਾਣੀ ਹੈ, ਉਹਨੇ ਜੇ ਕੁਝ ਖਾਣਾ ਹੈ ਤੇ ਉਹਨੂੰ ਤਿਆਗ ਵੀ ਕਰਨਾ ਹੈ ਉਸ ਚੀਜ਼ ਦਾ। ਸੋ ਉਹ ਤਿਆਗ ਦਾ ਜਿਹੜਾ ਏਰੀਆ ਉਹ ਵੀ ਤਾਂ ਸਾਡਾ ਮੂੰਹ ਹੀ ਹੈ ਨਾ, ਉਹ ਕਿਤੇ ਬਾਹਰ ਤਾਂ ਨਹੀਂ ਜਾ ਰਿਹਾ। ਸੋ ਉਸੇ ਕਰਕੇ ਜਦੋਂ ਉਹਨਾਂ ਦੀ ਤਾਦਾਦ ਇੰਨੀ ਜ਼ਿਆਦਾ ਹੋ ਜਾਂਦੀ ਹੈ, ਸਮੈਲ ਦਾ ਕਾਰਨ ਉਹ ਚੀਜ਼ ਬਣਦੀ ਹੈ। ਦੂਸਰਾ ਹੈ ਇੱਕ ਪੇਟ ਸਾਡਾ, ਜਿਹੜਾ ਉਹ ਵੀ ਇਹਦੇ ਵਿੱਚ ਇੱਕ ਬੜਾ ਵੱਡਾ ਰੋਲ ਪਲੇ ਕਰਦਾ ਹੈ। ਜੇ ਸਾਡਾ ਪੇਟ ਸਹੀ ਤਰੀਕੇ ਸਾਫ਼ ਨਹੀਂ ਹੁੰਦਾ ਤੇ ਸਾਡੇ ਮੂੰਹ 'ਚੋਂ ਫਿਰ ਵੀ ਬਦਬੂ ਜਿਹੜੀ ਹੈ, ਸਮੈਲ ਜਿਹੜੀ ਹੈ, ਜਿਹਨੂੰ ਅਸੀਂ ਜਿਹੜੀ ਉਸ ਬਿਮਾਰੀ ਨੂੰ, ਉਹਦਾ ਨਾਮ ਹੈ ਹੈਲੀਟੋਸਿਸ, ਉਹ ਜਿਹਦੇ ਕਰਕੇ ਉਹ ਹੁੰਦੀ ਹੈ ਜ਼ਿਆਦਾਤਰ। ਸਰ, ਤੁਸੀਂ ਹਰ ਗੱਲ ਦੇ ਵਿੱਚ ਇਹ ਚੀਜ਼ ਕਹਿ ਰਹੇ ਹੋ ਵੀ ਇੱਕ ਬ੍ਰਸ਼ ਕਰਨ ਦੀ ਟੈਕਨੀਕ ਹੈ, ਸੋ ਇਹ ਟੈਕਨੀਕ ਕਿਹੜੀ ਹੈ? ਦੇਖੋ ਜੀ, ਟੈਕਨੀਕ ਜਿਹੜੀ ਹੈ ਬ੍ਰਸ਼ ਕਰਨ ਦੀ, ਹਮੇਸ਼ਾ ਬ੍ਰਸ਼ ਨੂੰ ਅਸੀਂ ਆਡੇ ਰੁੱਖ ਨਹੀਂ ਕਰਨਾ, ਜਿਹੜਾ ਕਿ ਸਭ ਤੋਂ ਸੌਖਾ ਸਾਨੂੰ ਲੱਗਦਾ ਹੈਗਾ। ਅਸੀਂ ਬ੍ਰਸ਼ ਨੂੰ ਫੜਦੇ ਹਾਂ, ਜਿੱਦਾਂ ਤਰਖਾਣ ਆਰੀ ਚਲਾਉਂਦਾ, ਅਸੀਂ ਆਪਣੇ ਦੰਦਾਂ ਦੇ ਉੱਤੇ ਉਹਨੂੰ ਰੰਦੇ ਵਾਂਗੂ ਚਲਾ ਦਿੰਦੇ ਹੈਗੇ ਆ। ਸੋ ਉਹ ਚੀਜ਼ ਜਿਹੜੀ ਹੈ ਉਹ ਦੰਦ ਨੂੰ ਘਸਾ ਦਿੰਦੀ ਹੈ ਜ਼ਿਆਦਾ। ਬੁਰਸ਼ ਕਰਨ ਦਾ ਜਾਂ ਬ੍ਰਸ਼, ਜਿਹਨੂੰ ਪੰਜਾਬੀ 'ਚ ਆਮ ਲੋਕੀ ਪਿੰਡਾਂ 'ਚ ਬੁਰਸ਼ ਕਹਿ ਦਿੰਦੇ ਨੇ ਜੀ, ਬੁਰਸ਼ ਕਰਨਾ ਹੈ। ਬ੍ਰਸ਼ ਕਰਨ ਦਾ ਜਿਹੜਾ ਸਹੀ ਤਰੀਕਾ ਹੈਗਾ ਉਹ ਹੈਗਾ ਉੱਪਰ ਤੋਂ ਥੱਲੇ ਕਰਨਾ ਹੈ, ਔਰ ਥੱਲੜੇ ਦੰਦਾਂ ਨੂੰ ਥੱਲਿਓਂ ਉੱਪਰ ਸਾਫ਼ ਕਰਨਾ ਹੈ। ਮਸੂੜੇ ਤੋਂ ਦੰਦ ਦੇ ਉੱਪਰਲੀ ਤਹਿ ਤੱਕ ਜਾਣਾ ਹੁੰਦਾ ਹੈ। ਅਸੀਂ ਕਦੀ ਵੀ ਉੱਪਰੋਂ ਮਸੂੜੇ ਵੱਲ ਨੂੰ ਜਾਣਾ, ਜਾਂ ਮਸੂੜੇ ਨੂੰ ਆਡੇ ਰੁੱਖ ਨਾਲ ਅਸੀਂ ਨਹੀਂ ਘਸਾਣਾ ਹੁੰਦਾ ਹੈਗਾ। ਸੋ ਇਹੀ ਇੰਨੀ ਕਿ ਛੋਟੀ ਜੀ ਇੱਕ ਟੈਕਨੀਕ ਹੈ ਜੀ ਇਹ, ਕਿ ਹਮੇਸ਼ਾ ਦੰਦ ਦੇ ਜਿਸ ਤਰੀਕੇ ਦੀ ਉਹਦੀ ਡਾਇਰੈਕਸ਼ਨ ਹੈ, ਜਿਸ ਪਾਸੇ ਨੂੰ ਉੱਗਿਆ ਹੋਇਆ ਹੈ, ਉਸੇ ਪਾਸੇ ਨੂੰ ਹੀ ਅਸੀਂ ਬ੍ਰਸ਼ ਦੇ ਜਿਹੜੇ ਦੰਦੇ ਹੈ ਉਹਨਾਂ ਦੇ ਨਾਲ ਉਹਨੂੰ ਸਾਫ਼ ਕਰਨਾ ਹੈ। ਜਿਹੜਾ ਇੱਕੋ ਇੱਕ ਫਾਇਦਾ ਇਹੀ ਹੈਗਾ ਜੀ ਕਿ ਸਾਡਾ ਜਿਹੜਾ ਰੋਟੀ ਜਿਹੜੀ ਫਸੀ ਹੈ ਉਹਨੂੰ ਕੱਢਣਾ ਬ੍ਰਸ਼ ਨੇ ਦੰਦ ਨੂੰ ਚਿੱਟਾ ਨਹੀਂ ਕਰਨਾ। ਸੋ ਇਹੀ ਜਿਹੜੀ ਆਮ ਜਿਹੜੀ ਗਲਤਫਹਿਮੀ ਹੈ ਲੋਕਾਂ ਦੇ ਵਿੱਚ ਕਿ ਬ੍ਰਸ਼ ਕਰਨ ਨਾਲ ਅਸੀਂ ਦੰਦ ਚਿੱਟੇ ਕਰ ਲਾਂਗੇ, ਜਾਂ ਫਲਾਣੀ ਪੇਸਟ ਵਰਤ ਲਾਂਗੇ ਤੇ ਦੰਦ ਚਿੱਟੇ ਹੋ ਜਾਣਗੇ। ਕੁਝ ਵੀ ਇਹੋ ਜਿਹਾ ਨਹੀਂ। ਪੇਸਟ ਇੱਕ ਤਰ੍ਹਾਂ ਦਾ ਸਾਬਣ ਹੈ, ਜਿਹੜੀ ਮਰਜ਼ੀ ਵਰਤ ਲਓ, ਲੇਕਿਨ ਬ੍ਰਸ਼ ਜਿਹੜਾ ਹੈ ਜੈਂਟਲੀ ਕਰੋ, ਤਰੀਕੇ ਦੇ ਨਾਲ ਕਰੋ, ਤੇ ਦੰਦਾਂ ਦੀ ਤੁਹਾਨੂੰ ਤਕਲੀਫ ਕਦੀ ਵੀ ਨਹੀਂ ਆਏਗੀ। ਸਰ, ਇਸ ਦੇ ਨਾਲ ਹੀ ਕਿ ਜਿਹੜਾ ਕਈਆਂ ਨੂੰ ਬ੍ਰਸ਼ ਕਰਨ ਤੋਂ ਬਾਅਦ ਵੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਉਹਦੇ ਬਾਰੇ ਕੀ ਕਹਿਣਾ? ਜਿੱਦਾਂ ਕਿ ਦੇਖੋ, ਕਈ ਵਾਰੀ ਅਸੀਂ ਬ੍ਰਸ਼ ਵੀ ਕਰਦੇ ਹਾਂ, ਕਈ ਮਰੀਜ਼ ਸਾਡੇ ਕੋਲ ਆਉਂਦੇ ਨੇ, ਕਹਿੰਦੇ ਨੇ ਜੀ ਸਵੇਰੇ ਵੀ ਕਰਦੇ ਹਾਂ ਜੀ, ਰਾਤੀ ਵੀ ਕਰਦੇ ਹਾਂ ਜੀ, ਫਿਰ ਵੀ ਦੰਦਾਂ ਦੇ ਵਿੱਚ ਇੰਨੀ ਮੈਲ ਜਮ੍ਹਾਂ ਹੋਈ ਹੈ, ਮਾਸਖੋਰਾ ਲੱਗਾ ਹੈ। ਆਮ ਪਿੰਡਾਂ 'ਚ ਲੋਕੀ ਉਸ ਚੀਜ਼ ਨੂੰ ਮਾਸਖੋਰਾ ਕਹਿ ਦਿੰਦੇ ਨੇ, ਜਿਹੜੀ ਉਹ ਪੱਥਰ ਦੀ ਪਰਤ ਜੀ ਚੜੀ ਹੁੰਦੀ ਹੈ, ਪੀਲੇ ਜੀ ਗ੍ਰੇ ਜੀ ਕਲਰ ਦੀ। ਉਹਦੇ ਵੀ ਇਹੀ ਕਾਰਨ ਨੇ ਜੀ ਕਿ ਕਈ ਵਾਰੀ ਸਾਡਾ ਜਿਹੜਾ ਖਾਸ ਕਰਕੇ ਫੀਮੇਲਸ ਦੇ ਵਿੱਚ ਜਦੋਂ ਹਾਰਮੋਨਲ ਚੇਂਜਸ ਜ਼ਿਆਦਾ ਹੁੰਦੇ ਨੇ ਔਰ ਇੰਬੈਲੈਂਸ ਹੋਵੇ, ਤੇ ਉਹਦੇ ਕਰਕੇ ਵੀ ਜਿਹੜੀ ਪਲਾਕ ਹੈ, ਜਿਹੜਾ ਉਹ ਗੰਦਗੀ ਹੈ, ਉਹ ਜ਼ਿਆਦਾ ਜਮ੍ਹਾਂ ਹੁੰਦੀ ਹੈ। ਕਈਆਂ ਦੀ ਜਿਹੜੀ ਲਾਰ ਹੈ ਉਹਦੇ ਵਿੱਚ ਕੈਲਸ਼ੀਅਮ ਜਾਂ ਫਾਸਫੇਟ ਦੇ ਜਿਹੜੇ ਤੱਤ ਨੇ ਉਹ ਜ਼ਿਆਦਾ ਪਾਏ ਜਾਂਦੇ ਨੇ, ਉਹ ਕੁਦਰਤੀ ਹੈ ਉਹਨਾਂ ਦੇ। ਸੋ ਉਹ ਉਨੇ ਜ਼ਿਆਦਾ ਡਿਪੋਜ਼ਿਟ ਹੁੰਦੇ ਨੇ ਦੰਦਾਂ ਦੇ ਉੱਤੇ। ਲੇਕਿਨ ਉਹਨਾਂ ਦਾ ਹੱਲ ਇਹੀ ਹੈ ਕਿ ਤੁਸੀਂ ਡਾਕਟਰ ਦੇ ਕੋਲ ਜਾਓ, 6 ਮਹੀਨਿਆਂ 'ਚ ਇੱਕ ਵਾਰੀ ਜ਼ਰੂਰ ਉਹਨੂੰ ਦਿਖਾਓ, ਤਾਂ ਕਿ ਉਹ ਸਫਾਈ ਹੋ ਸਕੇ। ਦੇਖੋ, ਦੰਦਾਂ ਦੀ ਸਫਾਈ ਦੇ ਨਾਲ ਕੋਈ ਵੀ ਨੁਕਸਾਨ ਨਹੀਂ। ਨਾ ਸਾਫ਼ ਕਰਕੇ ਅਸੀਂ ਆਪਣੇ ਦੰਦਾਂ ਦੀ ਲਾਈਫ ਜ਼ਰੂਰ ਘਟਾਉਂਦੇ ਹਾਂ, ਕਿਉਂਕਿ ਅਲਟੀਮੇਟਲੀ ਉਹਦੇ ਨਾਲ ਸਾਡੇ ਜਿਹੜੇ ਮਸੂੜੇ ਹੈ ਉਹ ਕਮਜ਼ੋਰ ਹੋ ਜਾਂਦੇ ਹੈਗੇ ਆ। ਆਮ ਪਿੰਡਾਂ 'ਚ ਲੋਕੀ ਇਹ ਕਹਿੰਦੇ ਨੇ ਜੀ ਦੰਦਾਂ ਦੀ ਸਫਾਈ ਕਰਾਈ ਜੀ ਤਾਂ ਮੇਰੇ ਦੰਦ ਹਿੱਲਣ ਲੱਗ ਪਏ। ਦੰਦ ਹਿੱਲਦੇ ਨਹੀਂ, ਦੰਦ ਸਫਾਈ ਦੇ ਨਾਲ ਨਹੀਂ ਹਿੱਲਦੇ ਕਦੀ ਵੀ, ਉਹ ਪਹਿਲਾਂ ਹੀ ਤੁਹਾਡੇ ਹਿੱਲ ਚੁੱਕੇ ਹੁੰਦੇ ਨੇ, ਕਿਉਂਕਿ ਪੱਥਰ ਜਿਹੜਾ ਪਲਾਕ ਹੈ ਉਹ ਤੁਹਾਡੇ ਮਸੂੜੇ ਦੀ ਜਗ੍ਹਾ ਨੂੰ ਲੈਂਦਾ। ਸੋ ਜਿੰਨਾ ਉਹ ਵਧੀ ਜਾਏਗਾ ਉਹਨਾਂ ਤੁਹਾਡਾ ਮਸੂੜਾ ਥੱਲੇ ਜਾਈ ਜਾਏਗਾ, ਔਰ ਜਿੰਨੀ ਜੜ ਨੰਗੀ ਹੋਈ ਜਾਏਗੀ ਉਹਨਾਂ ਦੰਦ ਕਮਜ਼ੋਰ ਹੋ ਜਾਣਾ। ਸੋ ਹੁੰਦਾ ਕੀ ਹੈ, ਲੋਕ ਸਾਡੇ ਕੋਲ ਮਰੀਜ਼ ਜਦੋਂ ਆਉਂਦਾ ਹੈ, ਉਹ ਪੱਥਰ ਸਾਰਾ ਜੰਮਿਆ ਹੋਇਆ ਹੁੰਦਾ ਹੈ। ਉਹ ਪੱਥਰ ਨਹੀਂ, ਉਹ ਦੰਦਾਂ ਨੂੰ ਥੋੜ੍ਹਾ ਜਿਹਾ ਆਸਰਾ ਦੇ ਕੇ ਰੱਖਿਆ ਹੁੰਦਾ ਹੈ, ਝੂਠੀ ਤਸੱਲੀ ਦਿੱਤੀ ਹੁੰਦੀ ਹੈ ਮਰੀਜ਼ ਨੂੰ ਕਿ ਦੰਦ ਜਿਹੜੇ ਟਿਕੇ ਹੈ। ਜਿੱਦਾਂ ਹੀ ਪੱਥਰ ਹਟਦਾ ਹੈ, ਉਹਨੂੰ ਜਿਹੜੀ ਹੱਡੀ ਹੈ ਉਹ ਪਹਿਲਾਂ ਹੀ ਵਿਚਾਰੀ ਥੱਲੇ ਜਾ ਚੁੱਕੀ ਹੁੰਦੀ ਹੈ। ਉਹ ਦੰਦ ਜਿਹੜੇ ਆ ਕਮਜ਼ੋਰ ਹੁੰਦੇ ਆ, ਉਹਨੂੰ ਸੱਚਾਈ ਸਾਹਮਣੇ ਆ ਜਾਂਦੀ ਹੈ। ਉਹਨੂੰ ਲੱਗਦਾ ਹੈ ਸ਼ਾਇਦ ਮੇਰੇ ਸਫਾਈ ਕਰਕੇ ਦੰਦ ਹਿੱਲੇ ਆ, ਜਦ ਕਿ ਉਹ ਸਫਾਈ ਕਰਕੇ ਹਿੱਲੇ ਨਹੀਂ, ਸਗੋਂ
ਸਫਾਈ ਕਰਨ ਦੇ ਨਾਲ ਇਹ ਹੈ ਕਿ ਉਹਦੀ ਲਾਈਫ ਥੋੜੀ ਜਿਹੀ ਹੋਰ ਅਸੀਂ ਉਹਨੂੰ ਵਧਾ ਦਿੱਤੀ। ਜਿਹੜਾ ਉਹਦੇ ਸਾਲ 2 ਸਾਲ ਬਾਅਦ ਆਪਣੇ ਆਪ ਹੀ ਹਿਲ ਕੇ ਦੰਦ ਨਿਕਲ ਜਾਣੇ ਸਨ, ਜਦੋਂ ਪੱਥਰ ਇੱਕ ਹੋਰ ਲੈਵਲ ਤੱਕ ਥੱਲੇ ਚਲੇ ਜਾਣਾ ਸੀ, ਦੰਦਾਂ ਨੇ ਛੱਡ ਹੀ ਦੇਣਾ ਸੀਗਾ ਉਸ ਜਗ੍ਹਾ ਨੂੰ, ਉਹ ਉਹਦੀ ਲਾਈਫ ਸਗੋਂ ਅਸੀਂ ਵਧਾ ਦਿੱਤੀ। ਸੋ ਕਦੀ ਵੀ ਸਾਨੂੰ ਇਹ ਚੀਜ਼ ਜਿਹੜੀ ਹੈ ਨਹੀਂ ਸੋਚਣੀ ਚਾਹੀਦੀ ਕਿ ਦੰਦ ਸਾਡੇ ਜਿਹੜੇ ਹੈਗੇ ਆ ਸਾਫ਼ ਕਰਨ ਦੇ ਨਾਲ ਉਹਨਾਂ ਨੂੰ ਕੋਈ ਖਰਾਬੀ ਆਏਗੀ। ਕਦੀ ਵੀ ਖਰਾਬੀ ਨਹੀਂ ਹੁੰਦੀ। ਔਰ ਸਫਾਈ ਜਿਹੜੀ ਹੈ ਉਹ ਇੰਨਾ ਕੁ ਜ਼ਰੂਰੀ ਅੰਗ ਹੈ। ਅਸੀਂ ਘਰ ਦੀ ਵੀ ਸਫਾਈ ਕਰਦੇ ਹਾਂ, ਰੋਜ਼ ਕਰਦੇ ਆ ਨਾ ਕਰੀਏ ਤਾਂ ਕੀ ਹੋਏਗਾ। ਉਦਾਂ ਹੀ ਦੰਦਾਂ ਦੀ ਵੀ ਸਫਾਈ ਜਿਹੜੀ ਹੈ ਰੋਜ਼ਾਨਾ ਕਰੋ। ਜੇ ਨਹੀਂ ਹੁੰਦੀ ਤੇ ਡੈਂਟਿਸਟ ਦੇ ਕੋਲ ਜਾਓ, ਡਾਕਟਰ ਦੇ ਕੋਲ ਜਾਓ, 6 ਮਹੀਨਿਆਂ 'ਚ ਇੱਕ ਵਾਰ ਜ਼ਰੂਰ ਸਾਫ਼ ਕਰਾਓ। ਕਿਸੇ ਨੂੰ ਪ੍ਰੋਬਲਮ ਹੋਏ ਨਾ ਹੋਏ ਵੀ 6 ਮਹੀਨੇ ਦੇ ਅੰਦਰ ਚੈੱਕਅਪ ਕਰਵਾਉਣਾ ਜ਼ਰੂਰੀ ਹੁੰਦਾ। ਬਿਲਕੁਲ ਬਿਲਕੁਲ। ਦੇਖੋ ਜੀ, ਇਹ ਤਾਂ ਬਹੁਤ ਲਾਜ਼ਮੀ ਹੈ। ਜੇ ਕੋਈ ਵੀ ਖੋੜ ਹੈ ਉਹ ਇੱਕ ਦਿਨ 'ਚ ਨਹੀਂ ਪੈਂਦੀ। ਦਾੜ ਇੱਕ ਦਿਨ 'ਚ ਦਰਦ ਕਰਨਾ ਨਹੀਂ ਸ਼ੁਰੂ ਕਰਦਾ, ਹਮੇਸ਼ਾ ਉਹਨੂੰ ਸਾਲਾਂ ਦਾ ਸਮਾਂ ਲੱਗਦਾ ਹੈ ਦਰਦ ਤੱਕ ਪਹੁੰਚਦਿਆਂ। ਸੋ ਕਦੀ ਵੀ ਇਦਾਂ ਨਹੀਂ ਕਿ ਓਵਰਨਾਈਟ ਹੀ ਅੱਜ ਖੋੜ ਪਈ ਹੈ ਜੀ ਤੇ ਕੱਲ ਸਵੇਰੇ ਦਰਦ ਹੋਣ ਲੱਗ ਪਈ ਹੈ, ਇਦਾਂ ਨਹੀਂ ਹੁੰਦਾ। ਸਾਲਾਂ ਬੱਧੀ ਟਾਈਮ ਲੱਗਦਾ ਉਹਨੂੰ, ਹੌਲੀ ਹੌਲੀ ਉਹ ਡੂੰਘਾ ਹੁੰਦਾ ਜਾਂਦਾ ਹੈ। ਸਾਡੀਆਂ ਸੜਕਾਂ ਦੇ ਉੱਤੇ ਵੀ ਇੱਕਦਮ ਤਾਂ ਖੱਡਾ ਨਹੀਂ ਨਾ ਪੈਂਦਾ, ਪਹਿਲਾਂ ਛੋਟਾ ਜਿਹਾ ਹੋਏਗਾ, ਸਰਕਾਰ ਉਹਨੂੰ ਨਹੀਂ ਵੇਖਦੀ, ਉਹ ਹੌਲੀ ਕੀ ਹੁੰਦਾ ਹੈ, ਡੂੰਘਾ ਹੋ ਜਾਂਦਾ ਹੈ। ਉਦਾਂ ਹੀ ਇੱਥੇ ਸਰਕਾਰ ਅਸੀਂ ਆ ਅਸੀਂ ਆਪਣੇ ਦੰਦਾਂ ਦੇ ਟੋਏ ਦੇਖਦੇ ਨਹੀਂ, ਉਹ ਡੂੰਘੇ ਹੋ ਜਾਂਦੇ ਨੇ। ਜਦੋਂ ਦਰਦ ਕਰਦੇ ਨੇ ਉਦੋਂ ਫਿਰ ਸਾਨੂੰ ਯਾਦ ਆਉਂਦੀ ਹੈ। ਸਰ ਇੱਥੇ ਇੱਕ ਗੱਲ ਹੋਰ ਜੋੜਾਂਗੀ ਮੈਂ ਇਹਦੇ ਨਾਲ ਹੀ ਕਿ ਲੋਕ ਅੱਜ ਕੱਲ ਜਿਹੜਾ ਕਿ ਡੈਂਟਿਸਟ ਕੋਲ ਟ੍ਰੀਟਮੈਂਟ ਕਰਵਾਉਣ ਨਾਲੋਂ ਪ੍ਰੈਫਰ ਕਰਦੇ ਨੇ ਵੀ ਜਿਹੜਾ ਤੁਸੀਂ ਦੱਸਿਆ ਕਿ ਪਲੇਗ ਜੰਮਦਾ ਸਾਡੇ ਦੰਦਾਂ ਤੇ ਪੀਲਾਪਨ ਹੈ, ਉਹਨੂੰ ਕਵਰ ਅਪ ਕਰਵਾਉਣ ਲਈ ਜਾਂ ਉਹਨੂੰ ਪ੍ਰੋਪਰ ਚੈੱਕਅਪ ਕਰਵਾਉਣ ਦੀ ਬਜਾਏ ਲੋਕ ਟੀਥ ਵਾਈਟਨਿੰਗ ਜਿਹਨੂੰ ਕਹਿ ਰਹੇ ਉਹ ਕਰਵਾ ਰਹੇ ਨੇ ਅੱਜ ਕੱਲ। ਸੋ ਉਹਦਾ ਕੀ ਪ੍ਰੋਸੈਸ ਹੈ? ਦੇਖੋ ਜੀ, ਟੀਥ ਵਾਈਟਨਿੰਗ ਕਦੀ ਵੀ ਬਿਨਾ ਸਕੇਲਿੰਗ ਤੋਂ, ਬਿਨਾ ਪਹਿਲਾਂ ਦੰਦ ਸਾਫ਼ ਕੀਤਿਆਂ ਹੋ ਨਹੀਂ ਸਕਦੀ। ਪਹਿਲਾਂ ਜੋ ਉਹਦੇ ਉੱਤੇ ਚਿਪਕਿਆ ਹੋਏਗਾ ਸਾਨੂੰ ਲਾਣਾ ਪਏਗਾ, ਉਸ ਤੋਂ ਬਾਅਦ ਹੀ ਟੀਥ ਵਾਈਟਨਿੰਗ ਹੁੰਦੀ ਹੈ। ਟੀਥ ਵਾਈਟਨਿੰਗ ਡੈਫੀਨੇਟਲੀ ਇੱਕ ਪ੍ਰੋਸੀਜਰ ਹੈ, ਉਹਦਾ ਕੋਈ ਬਹੁਤ ਜ਼ਿਆਦਾ ਨੁਕਸਾਨ ਨਹੀਂ। ਲੇਕਿਨ ਜਿੱਦਾਂ ਅਸੀਂ ਆਮ ਫੀਮੇਲ ਜਿਹੜੀਆਂ ਨੇ, ਲੜਕੀਆਂ ਜਿਹੜੀਆਂ ਨੇ, ਉਹ ਪਾਰਲਰ 'ਚ ਜਾਂਦੀਆਂ ਨੇ, ਆਪਣੇ ਵਾਲਾਂ ਦਾ ਵੀ ਕਈ ਵਾਰੀ ਟ੍ਰੀਟਮੈਂਟ ਕਰਾਉਂਦੀਆਂ ਨੇ, ਉਹਨਾਂ ਨੂੰ ਬਲੀਚ ਕਰਾਉਂਦੀਆਂ ਨੇ। ਸੋ ਉੱਦਾਂ ਹੀ ਟੀਥ ਵਾਈਟਨਿੰਗ ਵੀ ਇੱਕ ਤਰ੍ਹਾਂ ਦੀ ਬਲੀਚਿੰਗ ਹੀ ਹੈ। ਉਹ ਇੱਕ ਪਰਮਾਨੈਂਟ ਇਲਾਜ ਨਹੀਂ ਹੈ, ਉਹ ਕੁਝ ਸਮੇਂ ਵਾਸਤੇ ਹੁੰਦਾ ਹੈ, ਸਾਲ ਸਵਾ ਸਾਲ ਵਾਸਤੇ। ਰੰਗ ਜੋ ਤੁਹਾਡਾ ਕੁਦਰਤ ਨੇ ਤੁਹਾਨੂੰ ਬਖਸ਼ਿਆ ਹੈਗਾ ਉਹ ਉਹੀ ਰਹਿਣਾ, ਜੋ ਸਾਨੂੰ ਅੱਖਾਂ ਦਾ ਰੰਗ ਦਿੱਤਾ ਹੈ, ਜੋ ਵਾਲਾਂ ਦਾ ਰੰਗ ਦਿੱਤਾ ਹੈ, ਉਹ ਹੀ ਰਹਿਣਾ। ਬਾਕੀ ਜਿਹੜੀ ਚੀਜ਼ ਹੈ ਉਹ ਟੈਂਪਰੇਰੀ ਹੈ। ਸੋ ਟੀਥ ਵਾਈਟਨਿੰਗ ਜਿਹੜੀ ਕਿ ਉਹ ਦੰਦਾਂ ਲਈ ਕਿਤੇ ਨਾ ਕਿਤੇ ਸਹੀ ਨਹੀਂ ਮੰਨੀ ਜਾ ਸਕਦੀ। ਨਹੀਂ, ਇਹੋ ਇਦਾਂ ਨਹੀਂ ਮੈਂ ਕਹਿ ਸਕਦਾ। ਉਹ ਇੱਕ ਤਰ੍ਹਾਂ ਦਾ ਕਾਸਮੈਟਿਕ ਪ੍ਰੋਸੀਜਰ ਹੈ। ਤੁਹਾਡਾ ਸੋਹਣਾਪਨ, ਜੇ ਤੁਹਾਨੂੰ ਆਪਣੀ ਨਜ਼ਰਾਂ ਦੇ ਵਿੱਚ ਤੁਸੀਂ ਇਹ ਚਾਹੁੰਦੇ ਹੋ ਕਿ ਮੇਰੇ ਦੰਦ ਹੋਰ ਚਿੱਟੇ ਹੋਣੇ ਚਾਹੀਦੇ ਨੇ, ਤੇ ਡੈਫੀਨੇਟਲੀ ਉਹ ਇੱਕ ਪ੍ਰੋਸੀਜਰ ਹੈਗਾ, ਉਹਦਾ ਕੋਈ ਖਾਸ ਨੁਕਸਾਨ ਨਹੀਂ। ਸੋ ਇਸ ਦੇ ਨਾਲ ਹੀ ਸਰ ਤੁਹਾਡੀ ਨੈਕਸਟ ਜਰਨੀ ਜਿਹੜੀ ਹੈ ਕਿ ਤੁਸੀਂ ਬਾਈ ਪ੍ਰੋਫੈਸ਼ਨ ਡੈਂਟਿਸਟ ਤੇ ਹੋ ਹੀ, ਉਹਦੇ ਨਾਲ ਤੁਸੀਂ ਸਰਜਰੀ ਵੀ ਕਰਦੇ ਹੋ। ਸੋ ਉਹਦਾ ਕੀ ਤੁਹਾਡੇ ਨਾਲ ਕਿਵੇਂ ਜੁੜੇ, ਤੁਸੀਂ ਸਰਜਰੀ ਦਾ ਕਿਵੇਂ ਸੋਚਿਆ ਸੀਗਾ? ਦੇਖੋ ਜੀ, ਮੈਂ ਸ਼ੁਰੂਆਤ ਤੇ ਵੀ ਤੁਹਾਨੂੰ ਦੱਸਿਆ ਵੀ ਬਚਪਨ ਤੋਂ ਹੀ ਥੋੜਾ ਸ਼ਰਾਰਤੀ ਸੀ, ਚੀਰ ਫਾੜ ਕਰਨ ਦੀ, ਹਰ ਇੱਕ ਚੀਜ਼ ਨੂੰ, ਜਿਹੜੀ ਚੀਜ਼ ਮਿਲਣੀ ਉਹਨੂੰ ਖੋਲ ਦੇਣਾ। ਸੋ ਉੱਥੋਂ ਹੀ ਥੋੜਾ ਜਿਹਾ ਸੀਗਾ ਵੀ ਚੀਜ਼ ਦੇ ਅੰਦਰ ਕੀ ਹੈ ਉਹਨੂੰ ਜਾਣਨ ਦੀ ਜਿਗਿਆਸਾ ਹੁੰਦੀ ਸੀ ਸ਼ੁਰੂਆਤ ਤੋਂ ਹੀ। ਸੋ ਉਹੀ ਫਿਰ ਬੰਦਾ ਵੀ ਕਿਸ ਤਰੀਕੇ ਬਣਿਆ ਹੈ, ਉਸ ਚੀਜ਼ ਦੀ ਜਿਗਿਆਸਾ ਹੈ ਹਮੇਸ਼ਾ ਤੋਂ ਹੀ ਰਹੀ ਹੈ। ਸੋ ਦੰਦਾਂ ਤੋਂ ਬਾਅਦ ਚੋਂ ਜਿਹੜਾ ਸਾਡਾ ਚਿਹਰੇ ਦਾ ਸਾਰਾ ਹਿੱਸਾ ਹੁੰਦਾ ਹੈ, ਮੈਨੂੰ ਸੀਗਾ ਕਿ ਮੈਂ ਆਪਣੀ ਮਹਾਰਤ ਨੂੰ ਹੋਰ ਕਰਾਂ, ਅੱਗੇ ਹੋਰ ਨਿਖਾਰਾਂ, ਆਪਣੇ ਆਪ ਨੂੰ ਪ੍ਰੋਫੈਸ਼ਨ 'ਚ ਹੋਰ ਅੱਗੇ ਵਧਾਂ। ਉਹਦੇ ਕਰਕੇ ਫਿਰ ਮੈਗਜ਼ਲੋਫੇਸ਼ੀਅਲ ਸਰਜਰੀ ਦੀ ਬ੍ਰਾਂਚ ਮੈਂ ਚੁਣੀ, ਜਿਹੜੀ ਕਿ ਡੈਂਟਿਸਟਰੀ ਦੇ ਵਿੱਚ ਇੱਕ ਸੁਪਰ ਸਪੈਸ਼ਲਿਸਟ ਬ੍ਰਾਂਚ ਹੈ, ਸੁਪਰ ਸਪੈਸ਼ਲਾਈਜੇਸ਼ਨ ਹੈ। ਉਹ ਕਰਨ ਤੋਂ ਬਾਅਦ ਫਿਰ ਮੈਨੂੰ ਉਸ ਮਾਲਕ ਦੀ ਬੜੀ ਦਇਆ ਦੇ ਨਾਲ ਇੱਕ ਹੋਰ ਮੌਕਾ ਮਿਲਿਆ। ਮੈਂ ਸਰਕਾਰੀ ਮੈਡੀਕਲ ਕਾਲਜ ਤ੍ਰਿਚੀ ਤਮਿਲਨਾਡੂ ਦੇ ਵਿੱਚ ਮੈਂ ਗਿਆ। ਉੱਥੇ ਗਵਰਨਮੈਂਟ ਕਾਲਜ ਦੇ ਵਿੱਚ ਮੈਨੂੰ ਫੈਲੋਸ਼ਿਪ ਮਿਲੀ, ਜਿੱਥੇ ਕਿ ਮੈਂ ਕ੍ਰੇਨੀਓਫੇਸ਼ੀਅਲ ਸਰਜਰੀ ਦੇ ਵਿੱਚ 2 ਸਾਲ ਕੰਮ ਕੀਤਾ ਹੈ। ਔਰ ਉਹ ਐਡਵਾਂਸਡ ਪਲਾਸਟਿਕ ਸਰਜਰੀ ਹੈ ਜੀ ਫੇਸ ਦੀ। ਔਰ ਕਿਰਪਾ, ਪ੍ਰਭੂ ਦੀ ਕਿਰਪਾ ਨਾਲ, ਰੱਬ ਦੀ ਕਿਰਪਾ ਦੇ ਨਾਲ ਮੈਂ ਦੱਸਣਾ ਚਾਹਾਂਗਾ ਕਿ ਮੈਂ ਪਹਿਲਾ ਕ੍ਰੇਨੀਓਫੇਸ਼ੀਅਲ ਸਰਜਨ ਆ ਜੀ ਪੰਜਾਬ ਦੇ ਵਿੱਚ ਜਿਹੜਾ ਇਸ ਟਾਈਮ ਕੰਮ ਕਰ ਰਿਹਾ। ਔਰ ਪੂਰੇ ਚਿਹਰੇ ਦੀ ਕੋਈ ਵੀ ਹੱਡੀ ਜਿਹੜੀ ਹੈ, ਐਕਸੀਡੈਂਟਲ ਕੇਸ ਹੈ, ਕੋਈ ਹੱਡੀ ਟੁੱਟ ਜਾਂਦੀ ਹੈ, ਉਹਦਾ ਵੀ ਅਸੀਂ ਜਿਹੜਾ ਇਲਾਜ ਕਰਦੇ ਹਾਂ। ਹੈਡ ਐਂਡ ਨੈਕ ਕੈਂਸਰ ਹੈ, ਅੱਜ ਕੱਲ ਤੰਬਾਕੂ ਕਰਕੇ ਇੰਨਾ ਕੈਂਸਰ ਸਾਡੇ ਪੰਜਾਬ ਦੇ ਵਿੱਚ ਫੈਲਿਆ ਹੋਇਆ, ਉਹਦਾ ਵੀ ਸਾਡੇ ਕੋਲ ਜਿਹੜਾ ਇਲਾਜ ਜਿਹੜਾ ਹੈ ਉਹ ਮੇਰੀ ਹੀ ਸਪੈਸ਼ਲਿਟੀ ਜਿਹੜੀ ਹੈ, ਮੇਰੀ ਹੀ ਬ੍ਰਾਂਚ ਜਿਹੜੀ ਹੈ ਉਹ ਕਰਦੇ ਹਾਂ ਅਸੀਂ। ਸੋ ਸਰ ਇੱਥੇ ਮੈਂ ਪੁੱਛਣਾ ਚਾਹੂੰਗੀ ਕਿ ਕਈ ਪੇਸ਼ੈਂਟਸ ਇੱਦਾਂ ਦੇ ਵੀ ਹੁੰਦੇ ਜਿਨ੍ਹਾਂ ਦੇ ਦੰਦ ਹੀ ਨਹੀਂ ਹੁੰਦੇ, ਜਾਂ ਕਈ ਪੇਸ਼ੈਂਟਸ ਇੱਦਾਂ ਦੇ ਵੀ ਹੁੰਦੇ, ਕਈ ਹਾਰਟ ਪੇਸ਼ੈਂਟਸ ਹੁੰਦੇ ਨੇ, ਉਹ ਕਿੱਦਾਂ ਟ੍ਰੀਟਮੈਂਟ ਕਰਵਾਉਂਦੇ ਨੇ, ਜਾਂ ਪੋਸੀਬਲ ਹੁੰਦਾ ਵੀ ਜਿਨ੍ਹਾਂ ਦੇ ਬਿਲਕੁਲ ਦੰਦ ਨਿਕਲ ਚੁੱਕੇ ਨੇ ਉਹਨਾਂ ਨੂੰ ਤੁਸੀਂ ਇੱਕ ਪ੍ਰੋਪਰ ਜਿਹੜਾ ਕਿ ਕਹਿ ਲਈ ਕਿ ਟ੍ਰੀਟਮੈਂਟ ਦੇ ਸਕਦੇ ਹੋ? ਦੇਖੋ ਜੀ, ਅੱਜ ਕੱਲ ਤੇ ਇੱਕ ਬਹੁਤ ਹੀ ਐਡਵਾਂਸਡ ਸਿਸਟਮ ਸਾਡੇ ਕੋਲ ਜਿਹੜਾ ਡੈਂਟਿਸਟਰੀ ਦੇ ਵਿੱਚ ਹੈਗਾ, ਉਹਨੂੰ ਅਸੀਂ ਡੈਂਟਲ ਇੰਪਲਾਂਟਸ ਕਹਿੰਦੇ ਹੈਗੇ ਆ। ਹੱਡੀ ਦੇ ਵਿੱਚ ਪੇਚ ਪਾ ਕੇ, ਜਿਹਨੂੰ ਆਮ ਪਿੰਡਾਂ 'ਚ ਲੋਕੀ ਸਮਝਦੇ ਨੇ, ਪੇਚ ਪਾ ਕੇ ਦੰਦ ਲਾਤੇ ਜੀ। ਔਰ ਮੈਂ ਡੈਫੀਨੇਟਲੀ ਕਹਿਣਾ ਚਾਹਾਂਗਾ
ਕਿ ਕੋਈ ਵੀ ਮਰੀਜ਼ ਜਿਹਨੂੰ ਭਾਵੇਂ ਉਹਦਾ ਬਾਈਪਾਸ ਹੀ ਕਿਉਂ ਨਾ ਹੋਇਆ ਹੋਵੇ, ਕਿਸੇ ਵੀ ਤਰ੍ਹਾਂ ਦੀ ਉਹਨੂੰ ਬਿਮਾਰੀ ਚੋਂ ਨਿਕਲਿਆ ਹੋਵੇ, ਇੱਕ ਵਾਰੀ ਉਹ ਜੇ ਫਿੱਟ ਹੈ ਤੇ ਇਹ ਪ੍ਰੋਸੀਜਰ ਬਿਲਕੁਲ ਸੇਫ ਐਂਡ ਸਾਊਂਡ ਹੈ, ਕੋਈ ਵੀ ਇਹਨੂੰ ਕਰਾ ਸਕਦਾ ਹੈਗਾ। ਠੀਕ ਹੈ ਜੀ। ਔਰ ਇੰਨਾ ਐਡਵਾਂਸਡ ਹੈ ਕਿ ਤੁਹਾਨੂੰ 10 ਦਿਨਾਂ ਦੇ ਵਿੱਚ ਅਸੀਂ ਦੰਦ ਜਿਹੜੇ ਆ ਉਹ ਪੱਕੇ ਫਿਕਸ ਜਿਹੜੇ ਆ ਮਰੀਜ਼ ਨੂੰ ਲਾ ਕੇ ਦੇ ਸਕਦੇ ਆ। ਜਿਹੜਾ ਅੱਗੇ ਡੈਂਚਰ ਆਮ ਪਿੰਡਾਂ 'ਚ ਲੋਕੀ ਲਗਾਉਂਦੇ ਸੀਗੇ, ਐਡੀ ਵੱਡੀ ਉਹ ਪਲੇਟ ਮੂੰਹ 'ਚ ਪਾਣੀ ਉੱਪਰ ਵੀ ਥੱਲੇ ਵੀ, ਉਹ ਗੱਲ ਕਰਦੇ ਕਈ ਵਾਰੀ ਬੁੜਕ ਆਉਂਦੀ ਹੈ ਬਾਹਰ। ਸੋ ਉਸ ਚੀਜ਼ ਤੋਂ ਬਿਲਕੁਲ ਛੁਟਕਾਰਾ ਮਿਲ ਜਾਂਦਾ ਜੀ। ਔਰ ਇੱਕ ਜਿਸ ਤਰੀਕੇ ਆਪਣੇ ਦੰਦ ਸੀਗੇ ਉਸ ਤਰੀਕੇ ਹੀ ਫਿਕਸ ਦੰਦ ਜਿਹੜੇ ਆ ਉਹ ਇਹਦੇ ਵਿੱਚ ਲਗਾਏ ਜਾ ਸਕਦੇ ਨੇ। ਔਰ ਸਾਰੀ ਲਾਈਫ ਵਾਸਤੇ ਇਹ ਟ੍ਰੀਟਮੈਂਟ ਹੁੰਦਾ ਹੈ, ਕੋਈ ਸਾਈਡ ਇਫੈਕਟ ਨਹੀਂ। ਹਾਂ, ਬਸ ਸ਼ਰਤ ਇਹ ਸਭ ਤੋਂ ਵੱਡੀ ਇਹੀ ਹੁੰਦੀ ਹੈ ਕਿ ਜਿੱਦਾਂ ਆਪਣੇ ਦੰਦਾਂ ਨੂੰ ਸਾਫ਼ ਕਰਨ ਦੀ ਸ਼ਰਤ ਸੀਗੀ ਹਮੇਸ਼ਾ, ਮੈਂ ਪਹਿਲਾਂ ਵੀ ਦੱਸਿਆ, ਇਹਨਾਂ ਨੂੰ ਵੀ ਸਫਾਈ ਕਰਨੀ ਹੈ। ਜੇ ਸਫਾਈ ਨਹੀਂ ਰੱਖਾਂਗੇ ਤਾਂ ਕੋਈ ਵੀ ਚੀਜ਼ ਖਰਾਬ ਹੋ ਜਾਂਦੀ ਹੈ। ਬਾਕੀ ਦਿਸ ਇਜ਼ ਫॉर ਲਾਈਫ, ਹਮੇਸ਼ਾ ਲਾਈਫ ਵਾਸਤੇ ਪੂਰੀ ਸਾਥ ਨਿਭਾਉਂਦੇ ਨੇ ਔਰ ਬਹੁਤ ਹੀ ਕਾਮਯਾਬ ਇਲਾਜ ਹੈ, ਬਹੁਤ ਹੀ ਕਾਮਯਾਬ। ਸੋ ਸਰ, ਜਾਣ ਤੋਂ ਪਹਿਲਾਂ ਸਾਡੇ ਦਰਸ਼ਕਾਂ ਨੂੰ ਕੋਈ ਮੈਸੇਜ ਦੇਣਾ ਚਾਹੋ? ਦੇਖੋ ਜੀ, ਮੈਸੇਜ ਤਾਂ ਇਹੀ ਹੈ ਕਿ ਸਫਾਈ ਤੇ ਸਫਾਈ, ਜਿੰਨੀ ਸਾਫ਼ ਸਫਾਈ ਰੱਖੋਗੇ ਉਨੇ ਤੁਸੀਂ ਦੁੱਖ ਦਰਦ ਤੋਂ ਦੂਰ ਰਹੋਗੇ ਦੰਦਾਂ ਤੋਂ। ਸੋ ਬਸ ਇਹੀ ਛੋਟੀ ਜਿਹੀ ਗੱਲ ਮੈਂ ਸ਼ੇਅਰ ਕਰਾਂਗਾ ਕਿ ਰੋਜ਼ਾਨਾ ਸਵੇਰੇ ਔਰ ਰਾਤ ਨੂੰ, ਖਾਸ ਕਰਕੇ ਰਾਤ ਨੂੰ, ਛੋਟੇ ਬੱਚਿਆਂ ਦਾ ਜਿਹੜਾ ਵੀ ਹੈ ਔਰ ਆਪਣਾ ਵੀ ਜਿਹੜਾ ਬ੍ਰਸ਼ ਹੈ ਉਹ ਜ਼ਰੂਰ ਕਰਨਾ ਹੈਗਾ। ਸੌਫਟ ਬ੍ਰਸ਼ ਕਰਨਾ ਹੈ, ਸਫਾਈ ਪੂਰੀ ਤਰ੍ਹਾਂ ਕਰਨੀ ਹੈ ਤਾਂ ਕਿ ਕੋਈ ਚੀਜ਼ ਫਸੀ ਨਾ ਰਵੇ। ਔਰ ਜਿਹੜੀ ਰਿਫਾਈਨਡ ਸ਼ੂਗਰਸ ਅਸੀਂ ਖਾਂਦੇ ਆ, ਕੋਈ ਵੀ ਪੀਜ਼ਾ ਖਾਂਦੇ ਆ, ਚਿਪਕਣ ਵਾਲੀਆਂ ਚੀਜ਼ਾਂ ਖਾਂਦੇ ਆ, ਉਹ ਖਾਣ ਤੋਂ ਬਾਅਦ ਤਾਂ ਹੋਰ ਵੀ ਜ਼ਰੂਰੀ ਹੈ ਕਿ ਅਸੀਂ ਉਹਨੂੰ ਚੁਲੀ ਕਰੀਏ, ਕੋਈ ਵੀ ਚੀਜ਼ ਫਸੀ ਨਾ ਰਵੇ। ਤੇ ਮੈਨੂੰ ਨਹੀਂ ਲੱਗਦਾ ਕਦੀ ਡੈਂਟਿਸਟ ਦੇ ਕੋਲ ਜਾਣਾ ਵੀ ਪਏਗਾ। ਬਹੁਤ ਬਹੁਤ ਸ਼ੁਕਰੀਆ ਸਰ ਆਪਣਾ ਕੀਮਤੀ ਸਮਾਂ ਦੇਣ ਦੇ ਲਈ। ਸੋ ਇਸ ਦੇ ਨਾਲ ਹੀ ਇਹ ਪ੍ਰੋਗਰਾਮ ਇੱਥੇ ਖਤਮ ਕਰਦੇ ਹਾਂ। ਇਸ ਦੇ ਨਾਲ ਦੇ ਹੋਰ ਪ੍ਰੋਗਰਾਮ ਲੈ ਕੇ ਤੁਹਾਡੇ ਰੂਬਰੂ ਹੁੰਦੇ ਰਵਾਂਗੇ। ਤਦ ਤੱਕ ਸਾਡਾ ਚੈਨਲ ਦੇਖਦੇ ਰਹੋ V24। ਸਤਿ ਸ਼੍ਰੀ ਅਕਾਲ।